खेत पुरजा पुरजा कट मरै कबहू ना छाड़ै खेत। सुकाओ टल गुर सेविय अहनस सहज सुभाए। दर्शन परसय गुरु कै जन्म मरण दुख होवै सिफत खसम। नूर अरसों कुरसों तुद डिठे सचे। मल जन्म जन्म दी तुद डिठे सचे पातशाह। मल जन्म जन्म दी कटिया। सतनाम श्री वाहिगुरु साहिब जीओ। राग देव गंधारी महला पंजवा घर छेवा। एक ओंकार सतगुर प्रसाद। एक रे हर एक जान। एक रे गुरमुख जान रहाओ। काहे परमत हो तुम परमो। ना पाई रव्या रे रव्या सर्ब थान। एक रे हर एक जान। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत। अज आपां नूं 13 पोह दा ये जो दिहाड़ा है प्राप्त हो रहा है। 13 पोह नूं साहिबजादा बाबा जोरावर सिंह जी, साहिबजादा बाबा फतेह सिंह जी और धन धन माता माता गुजरी जी, तिन्हां दी ये शहादत का दिन है। अज दे दिन सो उन्हां नूं शहीद किया गया। 13 पोह दा ये वो दिन है जो आपां नूं प्राप्त होया। उन्हां महापुरखां दी शहीदी दे बाबत भी आपां विचार सरवण करांगे। उस तो पहला जो लड़ीवार कथा सतगुरु जी सानू बख्शिश करते ने, कुछ समय वास्ते शब्द की विचार सरवण करिए। धन गुरु ग्रंथ साहिब पातशाह जी जिवें बख्शिश करते ने, आओ भावना नाल सुनते हैं। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। राग देव गंधारी महला पंजवा घर छेवा। राग दा नाम देव गंधारी है। इस राग नूं गुरु ग्रंथ साहिब दे विच 6वां स्थान प्राप्त होया। जदों 31 राग महाराज ने लिखे ने गुरबाणी दे विच, पहला राग श्री राग, फिर माझ राग लिखिया, फिर गौड़ी राग लिखिया। इसे तरह फिर महाराज जियां ने आसा राग लिखिया, फिर गुजरी राग लिखिया, तो उस तो उपरंत देव गंधारी राग की वारी आई है। इस राग नूं गाउण दा समां दुपहर वेले तो लैके रात दे अद्धी रात तक इस राग नूं गाया जा सकदा। घर छेवें घर दे अंदर मालक सतगुरु गुरु अर्जन साहब जी इस शब्द नूं इस राग नूं गाउण दा हुक्म करदे हन। एक ओंकार सतगुर प्रसाद। पुरख निरंकार परमेश्वर एक है। ऐ मनुख उहदे विच वंडी ना पा।
ਸਭਨਾ ਜੀਆਂ ਕਾ ਇੱਕ ਦਾਤਾ। ਸਭਨਾ ਦੇ ਵਿੱਚ ਸਾਰੇ ਧਰਮਾਂ ਦੀ ਗੱਲ ਆ ਜਾਂਦੀ ਹੈ। ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਹਿੰਦੂ ਹੈ, ਈਸਾਈ ਹੈ, ਜੈਨੀ ਹੈ, ਬੋਧੀ ਹੈ, ਭਾਵੇਂ ਸਿੱਖ ਹੈ, ਪਰ ਦਾਤਾਂ ਦੇਣ ਵਾਲਾ, ਰਿਜ਼ਕ ਦੇਣ ਵਾਲਾ, ਤੇਰੇ ਕਰਮਾਂ ਦਾ ਫਲ ਦੇਣ ਵਾਲਾ ਇੱਕੋ ਹੀ ਹੈ। ਸਭਨਾਂ ਦੇ ਵਿੱਚ ਇਕੱਲੇ ਮਨੁੱਖਾਂ ਦੀ ਗੱਲ ਨਹੀਂ, ਦੇਵਤੇ, ਪਸ਼ੂ ਤੇ ਪੰਛੀ, ਪਤਾਲ ਵਿੱਚ ਰਹਿਣ ਵਾਲੇ, ਆਕਾਸ਼ ਵਿੱਚ ਰਹਿਣ ਵਾਲੇ, ਧਰਤੀ ਤੇ ਰਹਿਣ ਵਾਲੇ, ਸਭਨਾਂ ਦੇ ਵਿੱਚ ਸਾਰੇ ਹੀ ਆ ਗਏ। ਉਹਨਾਂ ਸਾਰਿਆਂ ਨੂੰ ਵੀ ਦੇਣ ਵਾਲਾ ਇੱਕੋ ਹੀ ਹੈ, ਦਾਤਾ ਇੱਕੋ ਹੀ ਹੈ ਜਿਹੜਾ ਸਾਰਿਆਂ ਨੂੰ ਦਿੰਦਾ ਪਿਆ ਹੈ। ਇਸ ਕਰਕੇ ਗੁਰੂ ਪਾਤਸ਼ਾਹ ਨੇ ਲਿਖਿਆ ਇੱਕ ਓਅੰਕਾਰ। ਓਅੰਕਾਰ ਪਰਮਾਤਮਾ ਇੱਕ ਹੈ ਔਰ ਸਤਿਗੁਰ ਪ੍ਰਸਾਦ ਜਿਹਨੇ ਉਸ ਇੱਕ ਦੇ ਨਾਲ ਜੁੜਨਾ ਉਹਨੂੰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨੀ ਪੈਂਦੀ ਹੈ। ਇੱਕ ਰੇ ਹਰ ਇੱਕ ਜਾਨ। ਗੁਰੂ ਪਾਤਸ਼ਾਹ ਕਹਿਣ ਲੱਗੇ ਹਰ ਇੱਕ ਹੈ, ਜਿਹੜਾ ਹਰੀ ਇੱਕੋ ਇੱਕ ਹੀ ਹੈ ਨਾ, ਉਸ ਇੱਕੋ ਇੱਕ ਪਰਮੇਸ਼ਰ ਨੂੰ ਜਾਣ। ਉਸ ਨੂੰ ਬਹੁਤਿਆਂ ਭੇਖਾਂ ਦੇ ਵਿੱਚ ਜਾਂ ਬਹੁਤਿਆਂ ਦੇ ਵਿੱਚ ਨਾ ਜਾਣ ਵੀ ਪਰਮਾਤਮਾ 5 6 7 8 ਰੂਪ ਹੋ ਰਿਹਾ, ਜਾਂ ਪਰਮਾਤਮਾ 5 7 ਪਰਮਾਤਮਾ ਨੇ, ਇਸ ਤਰ੍ਹਾਂ ਨਾ ਜਾਣ। ਇਹ ਜਾਣ ਇੱਕ ਹੈ ਰੇ ਹਰ ਇੱਕ ਹੈ ਜਾਨ। ਹੈ ਭਾਈ, ਉਹ ਜਿਹੜਾ ਪਰਮਾਤਮਾ ਹੈ ਹੀ ਇੱਕ ਹੈ, ਤੇ ਕੇਵਲ ਉਸ ਇੱਕੇ ਨੂੰ ਜਾਣਨ ਦਾ ਯਤਨ ਕਰ, ਮਿਹਨਤ ਕਰ ਵੀ ਮੈਂ ਉਸ ਇੱਕ ਨੂੰ ਜਾਣਨਾ ਹੈ, ਇੱਕ ਦੇ ਨਾਲ ਜੁੜਨਾ ਹੈ। ਇਹ ਭਾਈ ਤੈਨੂੰ ਉਪਦੇਸ਼ ਦਿੰਦੇ ਹਾਂ। ਇੱਕ ਰੇ ਗੁਰਮੁਖ ਜਾਨ। ਗੁਰਾਂ ਦੇ ਕੋਲੋਂ ਪੁੱਛਿਆ ਮਹਾਰਾਜ ਇੱਕ ਨੂੰ ਜਾਣਾਂਗੇ ਕਿਵੇਂ, ਮਦਦ ਕਿਹਦੀ ਲਈਏ, ਕੌਣ ਸਾਨੂੰ ਇੱਕ ਨੂੰ ਜਨਾ ਸਕਦਾ? ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਇੱਕ ਹੈ ਰੇ ਭਾਈ, ਪਰਮਾਤਮਾ ਹੈ ਤੇ ਇੱਕ ਹੀ ਹੈ, ਪਰ ਗੁਰਮੁਖ ਜਾਣ ਜਿਹੜੇ ਗੁਰੂ ਨੇ ਨਾ, ਮੁਖੀ ਗੁਰੂ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ, ਗੁਰੂਆਂ ਦੇ ਵਿੱਚੋਂ ਮੁਖੀ ਗੁਰੂ ਗੁਰੂ ਨਾਨਕ ਸਾਹਿਬ ਨੇ, ਉਹਨਾਂ ਦੀ ਕਿਰਪਾ ਲਵੇਂਗਾ ਤੇ ਫਿਰ ਜਾਣੇਗਾ ਵੀ ਉਹ ਪਰਮਾਤਮਾ ਇੱਕ ਹੈ। ਪਹਿਲਾ ਬਚਨ ਇਹ ਸੀ ਵੀ ਇੱਕ ਦੇ ਨਾਲ ਜੁੜ, ਤੇ ਦੂਜਾ ਬਚਨ ਇਹ ਹੈ ਵੀ ਇੱਕ ਦੀ ਪ੍ਰਾਪਤੀ ਕਿੱਥੋਂ ਹੋਵੇਗੀ? ਤੇ ਸਤਿਗੁਰੂ ਕਹਿਣ ਲੱਗੇ ਇੱਕ ਹੈ ਰੇ ਗੁਰਮੁਖ ਜਾਨ। ਜਿਹੜੇ ਮੁਖੀ ਗੁਰੂ ਨੇ ਨਾ ਗੁਰੂ ਨਾਨਕ ਸਾਹਿਬ ਜੀ, ਤੇ ਜਿਹੜੇ ਗੁਰੂ ਨੇ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੀ ਕਿਰਪਾ ਦੇ ਨਾਲ ਉਸ ਇੱਕ ਨੂੰ ਜਾਣਨਾ ਕਰੋ। ਰਹਾਓ ਕਾਹੇ ਭਰਮਤ ਹੋ ਤੁਮ ਭਰਮੋ, ਨਾ ਪਾਈ ਰਵਿਆਰ ਰਵਿਆ ਸਰਬ ਥਾਨ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਇਸ ਪੰਕਤੀ ਦਾ ਵਿਸ਼ਰਾਮ ਜਿਹੜਾ ਹੈ ਉਹ ਮਹਾਰਾਜ ਜੀਆਂ ਨੇ ਭਾਈ ਤੇ ਬਖਸ਼ਿਸ਼ ਕੀਤਾ ਹੈ। ਕਹਿਣ ਲੱਗੇ ਕਾਹੇ ਭ੍ਰਮਤ ਹੋ ਤੁਮ ਭ੍ਰਮੋ ਨਾ ਭਾਈ। ਐ ਭਰਾਵੋ, ਐ ਮਿੱਤਰੋ, ਕਿਉਂ ਤੁਸੀਂ ਐਵੇਂ ਜੰਗਲਾਂ ਦੇ ਵਿੱਚ ਭਟਕਦੇ ਪਏ ਹੋ? ਕਿਉਂ ਐਵੇਂ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਜਾ ਕੇ ਭਰਮਦੇ ਪਏ ਹੋ? ਰਵਿਆ ਰੇ ਰਵਿਆ ਸਰਬ ਥਾਨ, ਉਹ ਤੇ ਸਾਰੇ ਥਾਵਾਂ 'ਤੇ ਹੀ ਹੈ, ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ ਵੀ ਜਿੱਥੇ ਉਹ ਨਹੀਂ ਹੈ। ਤੇ ਫਿਰ ਚੱਕਰ ਕਿਸ ਗੱਲ ਦੇ ਲਾਉਣੇ? ਜੰਗਲ ਦੀ ਪਰਿਕਰਮਾ ਕੀਤਿਆਂ ਇਹ ਨਹੀਂ ਵੀ ਜੰਗਲ ਵਿੱਚੋਂ ਮਿਲ ਜਾਏਗਾ। ਮਾਰੂਥਲ ਦੇ ਚੱਕਰ ਲਾਇਆ ਇਹ ਨਹੀਂ ਵੀ ਉੱਥੋਂ ਮਿਲ ਜਾਏਗਾ। ਧਰਤੀ ਦਾ ਚੱਕਰ ਲਾਇਆ ਇਹ ਨਹੀਂ ਵੀ ਰੱਬ ਮਿਲ ਜਾਏਗਾ। ਜਿੰਨਾ ਚਿਰ ਸੋਚ ਨਹੀਂ ਹੈ, ਜਿੰਨਾ ਚਿਰ ਪ੍ਰਾਪਤੀ ਨਹੀਂ, ਉਨਾ ਚਿਰ ਮਨੁੱਖ ਯਤਨ ਕਰਦਾ। ਬਾਬਾ ਫਰੀਦ ਸਾਹਿਬ ਨੇ ਵੀ ਯਤਨ ਕੀਤਾ, 12 ਸਾਲ ਜੰਗਲ ਵਿੱਚ ਰਹਿ, ਬੰਦਗੀ ਕਰਦੇ ਰਹੇ ਰੱਬ ਨੂੰ ਪਾਉਣ ਵਾਸਤੇ। ਜਦੋਂ ਪ੍ਰਾਪਤੀ ਹੋਈ ਤੇ ਫਿਰ ਉਹਨਾਂ ਨੇ ਆਖਿਆ, ਕਹਿਣ ਲੱਗੇ ਵਸੀ ਰੱਬ ਹਿਆਲੀ ਹੈ। ਅਸੀਂ ਤੇ ਬਾਹਰ ਲੱਭਦੇ ਰਹੇ, ਰੱਬ ਤੇ ਅੰਦਰ ਵਸਿਆ ਸੀ, ਅੰਦਰੋਂ ਪ੍ਰਾਪਤ ਹੋਇਆ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ ਕਾਹੇ ਭ੍ਰਮਤ ਹੋ ਤੁਮ ਭਾਈ। ਐ ਭਰਾਵੋ, ਕਿਉਂ ਐਵੇਂ ਜੰਗਲਾਂ ਦੇ ਚੱਕਰ ਲਾਉਂਦੇ ਪਏ, ਧਰਤੀ ਦਾ ਚੱਕਰ ਲਾਉਂਦੇ ਪਏ? ਤੁਮ ਭ੍ਰਮੋ ਨਾ ਭਾਈ, ਨਾ ਭਰਮ ਦੇ ਵਿੱਚ ਪਾਓ, ਕਿਉਂਕਿ ਉਹ ਪ੍ਰਮਾਤਮਾ ਸਾਰੇ ਥਾਵਾਂ 'ਤੇ ਰਵਿਆ ਸਮਾਇਆ ਹੋਇਆ ਹੈ। ਉਸ ਨੂੰ ਜਿੱਥੋਂ ਮਰਜ਼ੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਉ ਬਸੰਤਰ ਕਾਸ਼ਟ ਮਝਾਰ,
ਬਿਨ ਸੰਜਮ ਨਹੀਂ ਕਾਰਜ ਸਾਰ। ਸਿੱਖ ਨੇ ਸਵਾਲ ਕਰ ਦਿੱਤਾ, ਮਹਾਰਾਜ ਜੀ ਉਹ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ, ਫਿਰ ਸਾਨੂੰ ਦਿਸਦਾ ਕਿਉਂ ਨਹੀਂ? ਦਿਸਦਾ ਹੋਵੇ ਤੇ ਤਾਂ ਹੀ ਪਾਵਾਂਗੇ ਨਾ, ਜਦੋਂ ਦਿਸਦਾ ਹੀ ਨਹੀਂ ਤੇ ਅਸੀਂ ਕਿਵੇਂ ਜਾਣੀਏ ਵੀ ਉਹ ਸਾਰਿਆਂ ਥਾਵਾਂ ਤੇ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੈਨੂੰ ਇੱਕ ਉਦਾਹਰਨ ਦਿੰਦੇ ਆ ਸਮਝਾਉਣ ਵਾਸਤੇ। ਜਿਉਂ ਬੈ ਸੰਤਰ ਕਾਸ਼ਟ ਮਝਾਰ, ਕਾਸ਼ਟ ਨਾਮ ਲੱਕੜ ਦਾ, ਕਹਿੰਦੇ ਵੀ ਹਰੇਕ ਲੱਕੜ ਦੇ ਵਿੱਚ ਅੱਗ ਹੁੰਦੀ ਹੈ। ਤੇ ਸਾਇੰਸ ਵੀ ਇਸ ਗੱਲ ਨੂੰ ਸਿੱਧ ਕਰਦੀ ਹੈ ਵੀ ਲੱਕੜ ਦੇ ਵਿੱਚ ਅੱਗ ਹੈ। ਸਗਲ ਬਨਸਪਤ ਮੈਂ ਬੈ ਸੰਤਰ, ਜਿੰਨੀ ਇਹ ਬਨਸਪਤੀ ਹੈ, ਰੁੱਖ ਬੂਟੇ ਨੇ, ਇਹਨਾਂ ਸਾਰਿਆਂ ਦੇ ਵਿੱਚ ਬਸੰਤਰ ਕਹੀਏ ਅੱਗ ਜਿਹੜੀ ਹੈ ਬੈਠੀ ਛੁਪੀ ਹੋਈ ਹੈ, ਪਰ ਦਿਸਦੀ ਕੋਈ ਨਹੀਂ ਹੈ। ਦਿਸੇਗੀ ਕਿਵੇਂ? ਮਹਾਰਾਜ ਕਹਿਣ ਲੱਗੇ ਦਿਸੇਗੀ ਇਸ ਤਰ੍ਹਾਂ, ਸੰਜਮ ਦੇ ਨਾਲ। ਸੰਜਮ ਨਾਮ ਹੁੰਦਾ ਤਰੀਕਾ, ਸੰਜਮ ਨਾਮ ਹੈ ਸਾਧਨ ਦਾ। ਤੈਨੂੰ ਸਾਧਨ ਵਰਤਣਾ ਪਵੇਗਾ। ਲੱਕੜ ਨੂੰ ਵੱਢ ਕੇ ਉਹਨੂੰ ਇਕੱਠਿਆਂ ਕਰਨਾ ਪਵੇਗਾ, ਫਿਰ ਮਾਚਿਸ ਲਿਆਉਣੀ ਪਵੇਗੀ, ਉਹਦੀ ਇੱਕ ਤੀਲੀ ਜਿਹੜੀ ਹੈ ਬਾਲਣੀ ਪਵੇਗੀ ਤੇ ਲੱਕੜ ਨੂੰ ਅੱਗ ਲੱਗ ਜਾਏਗੀ। ਫਿਰ ਉਹ ਇੰਨੀ ਅੱਗ ਲੱਗੇਗੀ ਕਿ ਦੂਰ ਤੱਕ ਰੋਸ਼ਨੀ ਔਰ ਦੂਰ ਤੱਕ ਸੇਕ ਜਾਏਗਾ। ਸੰਜਮ ਤੋਂ ਭਾਵ ਹੈ ਵੀ ਤੈਨੂੰ ਸਾਧਨ ਵਰਤਣਾ ਪਵੇਗਾ, ਤਰੀਕਾ ਵਰਤਣਾ ਪਵੇਗਾ, ਉਹ ਵਸਤੂ ਲਿਆਉਣੀ ਪਵੇਗੀ ਜਿਹਦੇ ਨਾਲ ਅੱਗ ਲੱਕੜ ਨੂੰ ਬਲਣੀ ਹੈ। ਬਿਨ ਸੰਜਮ ਨਹੀਂ ਕਾਰਜ ਸਾਰ। ਜੇ ਕੋਈ ਬੰਦਾ ਆਖੇ ਵੀ ਮੈਨੂੰ ਹੁਣ ਲੱਕੜਾਂ ਤੇ ਪਈਆਂ ਨੇ, ਆਪਣੇ ਆਪ ਹੀ ਅੱਗ ਲੱਗ ਜਾਵੇ, ਆਪਣੇ ਆਪ ਹੀ ਰੋਟੀ ਪਾਣੀ ਬਣ ਜਾਵੇ, ਆਪਣੇ ਆਪ ਹੀ ਮੈਨੂੰ ਸੇਕ ਆ ਜਾਵੇ, ਤੇ ਫਿਰ ਇਹ ਗੱਲ ਤੇ ਨਹੀਂ ਨਾ ਬਣਨੀ। ਲੱਕੜ ਦੇ ਵਿੱਚ ਅੱਗ ਤੇ ਜ਼ਰੂਰ ਹੈ, ਪਰ ਉਸ ਲੱਕੜ ਦੀ ਅੱਗ ਨੂੰ ਪ੍ਰਗਟ ਕਰਨ ਵਾਸਤੇ ਤੈਨੂੰ ਸਾਧਨ ਕਰਨਾ ਪੈਣਾ। ਜਿਵੇਂ ਆਦੀ ਮਾਨਵ ਹੈ, ਉਹ ਪੱਥਰ ਦੇ ਨਾਲ ਪੱਥਰ ਰਗੜਦਾ ਤੇ ਫਿਰ ਚੰਗਿਆੜੇ ਨਿਕਲਦੇ ਤੇ ਅੱਗ ਲੱਗ ਜਾਂਦੀ ਹੈ। ਅੱਜ ਦੇ ਯੁੱਗ ਦੇ ਜਿਹੜਾ ਇਹ ਮਨੁੱਖ ਹੈ, ਅੱਜ ਦੇ ਯੁੱਗ ਦਾ, ਇਹਨੇ ਮਾਚਿਸ ਮਸਾਲਾ ਲਾ ਕੇ ਇੱਕ ਡੱਬੀ ਦੀ ਸੀਖ ਵਿੱਚੋਂ ਕੱਢ ਕੇ ਮਸਾਲੇ ਨੂੰ ਰਗੜਿਆ ਤੇ ਅੱਗ ਲੱਗ ਜਾਂਦੀ ਹੈ। ਪਰ ਇੱਕ ਨਿੱਕਾ ਜਿਹਾ ਮਸਾਲਾ ਉਹ ਇੰਨੀ ਅੱਗ ਕਿਵੇਂ ਬਾਲ ਸਕਦਾ ਹੈ? ਕਿਉਂਕਿ ਅੱਗ ਤੇ ਲੱਕੜ ਦੇ ਵਿੱਚ ਹੀ ਹੈ, ਪਰ ਬਾਲਣ ਵਾਲੇ ਨੂੰ ਯਤਨ ਮਸਾਲੇ ਦਾ ਲੈਣਾ ਪਿਆ, ਡੱਬੀ ਦਾ ਮਾਚਿਸ ਦਾ ਸਹਾਰਾ ਲੈਣਾ ਪਿਆ। ਇਹ ਹੈ ਉਦਾਹਰਨ ਸਮਝਣ ਵਾਸਤੇ ਵੀ ਲੱਕੜ ਵਿੱਚ ਅੱਗ ਤੇ ਸੀ, ਪਰ ਐਵੇਂ ਨਹੀਂ ਮਿਲੀ, ਉਹਦੇ ਵਾਸਤੇ ਯਤਨ ਕੀਤਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਹੈ ਤੇ ਸਾਰਿਆਂ ਦੇ ਵਿੱਚ ਹੀ ਹੈ। ਤੂੰ ਆਖਦਾ ਵੀ ਮੈਨੂੰ ਦਿਸਦਾ ਨਹੀਂ ਹੈ, ਤੇ ਲੱਕੜ ਦੀ ਅੱਗ ਕਿਹੜਾ ਤੈਨੂੰ ਦਿਸ ਪਈ ਹੈ ਵੀ ਵਿੱਚ ਉਹਦੇ ਅੱਗ ਹੈ? ਦਿਸੀ ਤੇ ਤੈਨੂੰ ਲੱਕੜ ਦੀ ਅੱਗ ਵੀ ਨਹੀਂ, ਪਰ ਤੂੰ ਯਤਨ ਕਰਕੇ ਲੱਕੜ ਦੀ ਅੱਗ ਨੂੰ ਤੇ ਬਾਲਿਆ ਹੈ। ਇਸੇ ਤਰ੍ਹਾਂ ਪ੍ਰਮਾਤਮਾ ਤੇ ਹੈ ਸਾਰਿਆਂ ਵਿੱਚ, ਪਰ ਉਹਦੇ ਵਾਸਤੇ ਕੀ ਕਰਨਾ ਪਵੇਗਾ ਉਹ ਦੱਸਦੇ ਹਨ। ਬਿਨ ਗੁਰ ਨਾ ਪਾਵੇਗੋ ਹਰਿ ਜੀ ਕੋ ਦਵਾਰ। ਪਾਤਸ਼ਾਹ ਕਹਿਣ ਲੱਗੇ ਇੱਥੇ ਰੱਬ ਨੂੰ ਪ੍ਰਗਟ ਕਰਨ ਦਾ ਕੰਮ ਕਰੇਗਾ ਗੁਰੂ। ਬਿਨਾ ਗੁਰੂ ਤੋਂ, ਬਿਨ ਗੁਰ ਨਾ, ਗੁਰੂ ਤੋਂ ਬਿਨਾ ਪਾਵੇਗੋ ਹਰਿ ਜੀ ਕੋ ਦਵਾਰ। ਗੁਰੂ ਤੋਂ ਬਿਨਾ ਤੂੰ ਰੱਬ ਦਾ ਦਰਵਾਜ਼ਾ ਪ੍ਰਾਪਤ ਕਰ ਹੀ ਨਹੀਂ ਸਕਦਾ। ਜਿਵੇਂ ਸਾਧਨ ਕੀਤੇ ਤੋਂ ਬਿਨਾ ਅੱਗ ਨਹੀਂ ਬਲੀ ਹੈ, ਉਹਦੇ ਵਾਸਤੇ ਮਿਹਨਤ ਕਰਨੀ ਪਈ ਹੈ, ਲੱਕੜ ਵੱਢਣੀ ਪਈ ਹੈ, ਸੁਕਾਉਣੀ ਪਈ ਹੈ, ਮਾਚਿਸ ਲਿਆਉਣੀ ਪਈ ਹੈ ਤੇ ਅੱਗ ਬਲੀ ਹੈ, ਪ੍ਰਗਟ ਹੋਈ ਹੈ। ਇਸੇ ਤਰ੍ਹਾਂ ਪ੍ਰਮਾਤਮਾ ਤੇ ਹੈ ਸਾਰਿਆਂ ਥਾਵਾਂ ਤੇ, ਗੁਪਤ ਹੋ ਰਿਹਾ ਅੱਗ ਦੇ ਵਾਂਗ। ਪਰ ਜਦੋਂ ਤੇਰੇ ਤੇ ਰਹਿਮ ਹੋਵੇਗਾ ਨਾ ਉਸ ਦਾ, ਫਿਰ ਤੂੰ ਗੁਰੂ ਕੋਲ ਆਏਗਾ ਤੇ ਗੁਰੂ ਉਹ ਸਾਧਨ ਹੈ, ਗੁਰੂ ਉਹ ਤਰੀਕਾ ਹੈ ਜਿਹੜਾ ਤੈਨੂੰ ਇਹ ਵਿਖਾ ਦੇਵੇਗਾ ਵੀ ਉਹ ਪਰਮਾਤਮਾ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ ਹੈ। ਜਿਵੇਂ ਡੱਬੀ ਦੀ ਅੱਗ ਨੇ ਵਿਖਾ ਦਿੱਤਾ ਵੀ ਲੱਕੜ ਵਿੱਚ ਅੱਗ ਹੈ, ਇਸੇ ਤਰ੍ਹਾਂ ਗੁਰੂ ਵਿਖਾ ਦਿੰਦਾ ਰਵਿਆ ਰੇ, ਰਵਿਆ ਸਰਬ ਥਾਨ, ਉਹ ਸਾਰਿਆਂ ਥਾਵਾਂ ਤੇ ਮਿਲਿਆ, ਉਹ ਸਾਰਿਆਂ ਥਾਵਾਂ ਤੇ ਮਿਲਿਆ। ਇਹ ਗੱਲ ਅਸੀਂ ਕਹਿੰਦੇ ਜ਼ਰੂਰ ਹਾਂ, ਸੁਣਦੇ ਜ਼ਰੂਰ ਹਾਂ, ਪਰ ਅਸੀਂ ਵੇਖੀ ਨਹੀਂ ਹੈ। ਵੇਖਾਂਗੇ ਉਦੋਂ ਜਦੋਂ ਗੁਰੂ ਦੇ ਕੋਲੋਂ ਉਪਦੇਸ਼ ਲੈ ਕੇ ਉਹਦੀ ਕਮਾਈ ਕਰਾਂਗੇ। ਬਿਨ ਗੁਰ ਨਾ ਪਾਵੈ ਗੋ ਹਰਿ ਜੀ ਕੋ ਦਵਾਰ। ਗੁਰੂ ਤੋਂ ਬਿਨਾਂ ਰੱਬ ਦਾ ਘਰ ਨਹੀਂ ਜੇ ਪ੍ਰਾਪਤ ਹੁੰਦਾ। ਕਈ ਵਾਰੀ ਅਸੀਂ ਕਹਿ ਦਿੰਦੇ ਮੇਰਾ ਤੇ ਮਨ ਬੜਾ ਸਾਫ਼ ਹੈ, ਮੈਨੂੰ ਗੁਰੂ ਬਣਾਉਣ ਦੀ ਲੋੜ ਕੀ ਹੈ। ਮਨਮੁਖ ਬੰਦੇ ਜਿਹੜੇ ਨਾ, ਚਲਾਕ ਬੰਦੇ, ਚੰਚਲ ਮੱਤ ਵਾਲੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਜੇ ਮੈਂ ਗੁਰੂ ਧਾਰਨ ਕਰਾਂਗਾ ਤੇ ਮੈਨੂੰ ਗੁਰੂ ਦੀ ਦੱਸੀ ਹੋਈ ਮਰਿਆਦਾ ਦੇ ਉੱਪਰ ਚੱਲਣਾ ਪਵੇਗਾ।
ਗੁਰੂ ਨੇ ਕਹਿਣਾ ਅੰਮ੍ਰਿਤ ਵੇਲੇ ਉੱਠ, ਉਹ ਮੈਨੂੰ ਚੰਗਾ ਨਹੀਂ ਲੱਗਦਾ। ਗੁਰੂ ਨੇ ਕਹਿਣਾ ਦਸਾਂ ਨੋਹਾਂ ਦੀ ਕਿਰਤ ਕਰ, ਉਹ ਮੈਨੂੰ ਗੱਲ ਠੀਕ ਨਹੀਂ ਲੱਗਣੀ ਹੈ। ਗੁਰੂ ਨੇ ਕਹਿਣਾ ਨਾਮ ਜਪ, ਮੈਨੂੰ ਉਹ ਵੀ ਠੀਕ ਨਹੀਂ ਲੱਗਣਾ। ਤੇ ਇਸ ਤੋਂ ਚੰਗਾ ਹੈ ਕਿ ਗੁਰੂ ਦੀਆਂ ਗੱਲਾਂ ਨਾ ਮੰਨਣ ਤੋਂ ਗੁਰੂ ਦਾ ਹੀ ਬਾਈਕਾਟ ਕਰੋ, ਗੁਰੂ ਨੂੰ ਹੀ ਨਾ ਮੰਨੋ। ਨਾ ਗੁਰੂ ਮੰਨੀਏ, ਨਾ ਗੁਰੂ ਦੀ ਮੰਨੀਏ। ਜੇ ਗੁਰੂ ਨੂੰ ਮੰਨਾਂਗੇ ਫਿਰ ਗੁਰੂ ਦੀ ਮੰਨਣੀ ਪੈਣੀ ਹੈ। ਤੇ ਚਲਾਕ ਮਨ ਨੇ ਆਖਿਆ ਵੀ ਗੁਰੂ ਨੂੰ ਹੀ ਕਿਉਂ ਮੰਨਣਾ ਹੈ, ਗੁਰੂ ਨੂੰ ਹੀ ਪਰੇ ਕਰ ਦੇ। ਜਦੋਂ ਮੋਢੀ ਪਰੇ ਹੋ ਗਿਆ ਤੇ ਬਾਕੀ ਕੰਮ ਆਪੇ ਖਤਮ ਹੋ ਗਿਆ। ਤੇ ਚਲਾਕ ਬੰਦੇ ਨੇ ਆਖਿਆ ਵੀ ਮੈਨੂੰ ਤੇ ਗੁਰੂ ਦੀ ਲੋੜ ਨਹੀਂ, ਕਿਉਂਕਿ ਮੇਰਾ ਤੇ ਮਨ ਬੜਾ ਸਾਫ਼ ਹੈ। ਮਨ ਭਾਵੇਂ ਕਿੰਨਾ ਵੀ ਸਾਫ਼ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਇਹ ਨਹੀਂ ਤੁਹਾਨੂੰ ਮਿਲੇਗਾ ਵੀ ਜਿਹਦਾ ਮਨ ਸਾਫ਼ ਹੈ ਉਹਨੂੰ ਆਪੇ ਹੀ ਰੱਬ ਮਿਲ ਗਿਆ। ਨਹੀਂ, ਮਿਲਿਆ ਉਹਨੂੰ ਹੈ ਜਿਹਨੇ ਗੁਰੂ ਧਾਰਨ ਕੀਤਾ। ਪਰ ਮਨ ਚਲਾਕ ਹੈ, ਨਵੇਂ ਤੋਂ ਨਵਾਂ ਤਰੀਕਾ ਲੱਭ ਲੈਂਦਾ। ਜਦੋਂ ਅਸੀਂ ਕਿਤੇ ਕੰਮ ਕਰਦੇ ਹਾਂ, ਕਿਸੇ ਦੇ ਅਧੀਨ ਹੁੰਦੇ ਆ, ਸਾਨੂੰ ਉੱਥੋਂ ਦੀ ਮਰਿਆਦਾ, ਉੱਥੋਂ ਦੇ ਜਿਹੜੇ ਅਸੂਲ ਨੇ, ਕਾਨੂੰਨ ਨੇ, ਉਹਨਾਂ ਦੇ ਮੁਤਾਬਕ ਚੱਲਣਾ ਪਵੇਗਾ। ਜਿਹੜਾ ਬੰਦਾ ਨੌਕਰੀ ਕਰਦਾ ਨਾ, ਉਹਨੂੰ ਪਤਾ ਵੀ ਮੈਂ ਸਵੇਰੇ 8 ਵਜੇ ਦਫ਼ਤਰ ਪਹੁੰਚਣਾ ਹੈ। ਭਾਵੇਂ ਉਹ ਰਾਤ ਸੁੱਤਾ ਹੈ ਤੇ ਭਾਵੇਂ ਨਹੀਂ ਸੁੱਤਾ, ਜਿਨ੍ਹਾਂ ਨੇ ਨੌਕਰੀ ਦਿੱਤੀ ਹੈ ਉਹਨਾਂ ਨੂੰ ਇਸ ਗੱਲ ਨਾਲ ਮਤਲਬ ਨਹੀਂ ਹੈ ਵੀ ਤੂੰ ਰਾਤ ਸੁੱਤਾ ਸੀ ਕਿ ਨਹੀਂ ਸੁੱਤਾ। ਰਸਤੇ ਵਿੱਚ ਟ੍ਰੈਫਿਕ ਇਕੱਠੀ ਹੋ ਗਈ ਹੈ, ਗੱਡੀ ਰੁਕ ਗਈ ਹੈ, ਜਿਹਨੇ ਨੌਕਰੀ ਦਿੱਤੀ ਹੈ ਉਹਨੂੰ ਇਹ ਨਹੀਂ ਫਿਕਰ ਵੀ ਤੂੰ ਰਾਹ ਜਾਮ ਲੱਗਾ ਕਿ ਨਹੀਂ ਲੱਗਾ। ਨਹੀਂ, ਮੈਨੂੰ ਮਤਲਬ ਨਹੀਂ ਹੈ, ਤੂੰ 8 ਵਜੇ ਮੇਰੇ ਕੋਲ ਆਉਣਾ ਤੇ ਮਤਲਬ ਆਉਣਾ ਹੈ। ਤੇ ਫਿਰ ਉੱਥੇ ਜਾ ਕੇ ਜਿਹੜਾ ਕੰਮ ਦੱਸਿਆ ਉਹ ਕੰਮ ਕਰਨਾ ਪਵੇਗਾ, ਉਹ ਟੀਚਾ, ਉਹ ਲਕਸ਼ ਪੂਰਾ ਕਰਨਾ ਪਵੇਗਾ ਜਿਹੜਾ ਤੈਨੂੰ ਮਿਲਿਆ। ਤੇ ਜਿੰਨੇ ਘੰਟੇ ਦੀ ਨੌਕਰੀ ਉਹ ਕਰਨੀ ਪਵੇਗੀ, ਫਿਰ ਵਾਪਸ ਆਉਣਾ ਪਵੇਗਾ। ਹੁਣ ਬੰਦਿਸ਼ ਵਿੱਚ ਕੌਣ ਰਵੇ? ਤੇ ਦੁਨੀਆ ਕੀ ਕਰਦੀ ਹੈ? ਬਹੁਤੇ ਲੋਕ ਫਿਰ ਉਹ ਕਰਦੇ ਵੀ ਮੈਂ ਕਿਸੇ ਦੇ ਅਧੀਨ ਨਹੀਂ ਹੋ ਸਕਦਾ, ਮੈਂ ਕਿਸੇ ਦੇ ਕਹਿਣੇ 'ਚ ਨਹੀਂ ਚੱਲ ਸਕਦਾ, ਮੈਂ ਤੇ ਆਪਣਾ ਕੰਮ ਕਰਾਂਗਾ, ਜਿੱਥੇ ਮੈਨੂੰ ਰੋਕ ਨਾ ਹੋਵੇ, ਮੈਨੂੰ ਕੋਈ ਟੋਕ ਨਾ ਹੋਵੇ। ਮੈਂ ਕਿਸੇ ਦੀ ਅਧੀਨਗੀ ਨਹੀਂ ਕਬੂਲਦਾ, ਮੈਂ ਕਿਸੇ ਦੇ ਨਾਲ ਚੱਲ ਨਹੀਂ ਸਕਦਾ। ਤੇ ਜਿਹੜਾ ਬੰਦਾ ਦੁਨਿਆਵੀ ਰਿਸ਼ਤੇ ਦੇ ਵਿੱਚ, ਦੁਨਿਆਵੀ ਕੰਮ ਦੇ ਵਿੱਚ ਕਿਸੇ ਦਾ ਕਹਿਣਾ ਮੰਨਣ ਨੂੰ ਤਿਆਰ ਨਹੀਂ ਹੈ, ਕਿਸੇ ਦੇ ਅਧੀਨ ਹੋਣ ਨੂੰ ਤਿਆਰ ਨਹੀਂ ਹੈ, ਕਹਿੰਦਾ ਵੀ ਮੈਂ ਆਜ਼ਾਦ ਰਵਾਂ, ਤੇ ਉਹ ਬੰਦਾ ਗੁਰੂ ਦੇ ਅਧੀਨ ਕਿਵੇਂ ਹੋਵੇਗਾ? ਗੁਰੂ ਦਾ ਕਹਿਣਾ ਉਹ ਕਿਵੇਂ ਮੰਨ ਸਕਦਾ ਜਿਹੜਾ ਦੁਨੀਆ ਵਿੱਚ ਆ ਕੇ ਆਪਣੀ ਰੋਜੀ ਵਾਸਤੇ ਨਹੀਂ ਕਿਸੇ ਦਾ ਕਹਿਣਾ ਮੰਨਦਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਕਿ ਬਿਨਾਂ ਗੁਰੂ ਤੋਂ ਹਰੀ ਦਾ ਦੁਆਰ ਨਹੀਂ ਉਹ ਮਿਲਦਾ। ਇਹ ਗੁਰੂ ਦੀ ਬੰਦਿਸ਼ ਤੈਨੂੰ ਮੰਨਣੀ ਪੈਣੀ ਹੈ। ਗੁਰੂ ਨੇ ਆਖਿਆ ਅੰਮ੍ਰਿਤ ਵੇਲੇ ਉੱਠਣਾ ਤੇ ਉੱਠਣਾ ਪਵੇਗਾ, ਨਿਤਨੇਮ ਕਰਨਾ ਤੇ ਕਰਨਾ ਪੈਣਾ ਹੈ, ਬੱਜਰ ਕੁਰੈਤਾਂ ਛੱਡਣੀਆਂ ਤੇ ਛੱਡਣੀਆਂ ਪੈਣੀਆਂ ਨੇ, ਦਸਾਂ ਨੋਹਾਂ ਦੀ ਕਿਰਤ ਕਰਨੀ ਤੇ ਕਰਨੀ ਪੈਣੀ ਹੈ। ਗੁਰੂ ਦੇ ਦੁਆਰ ਤੇ ਆ ਕੇ ਗੁਰੂ ਦਾ ਕਹਿਣਾ ਮੰਨਣਾ ਪੈਣਾ। ਜੇ ਸਭ ਕੁਝ ਮੰਨੇਗਾ ਤਾਂ ਉਹਦੀ ਪ੍ਰਾਪਤੀ ਹੈ। ਮਿਲ ਸੰਗਤ ਤਾਜ ਅਭਿਮਾਨ, ਕੋ ਨਾਨਕ ਪਾਏ ਹੈ ਪਰਮ ਨਿਧਾਨ। ਪਾਤਸ਼ਾਹ ਕਹਿਣ ਲੱਗੇ ਸੰਗਤ ਵਿੱਚ ਆ ਕੇ ਨਾ ਅਭਿਮਾਨ ਛੱਡ ਦੇ। ਅਭਿਮਾਨ ਕਹਿੰਦੇ ਹੰਕਾਰ ਨੂੰ। ਤੇ ਬਿਨ ਸੰਗਤ, ਸੰਗਤ ਤੋਂ ਬਿਨਾਂ ਹੰਕਾਰ ਨਹੀਂ ਜੇ ਛੁੱਟਦਾ। ਕਿਉਂਕਿ ਸੰਗਤ ਵਿੱਚ ਸਾਨੂੰ ਵੇਖਣ ਵਾਸਤੇ ਇਹ ਮਿਲਦਾ ਹੈ, ਜਦੋਂ ਅਸੀਂ ਕੋਈ ਇਕੱਲੇ ਕੰਮ ਕਰਦੇ ਹਾਂ ਨਾ, ਵੱਖਰਾ ਕੰਮ ਕਰਦੇ, ਸਾਡੇ ਮਨ ਵਿੱਚ ਇਹ ਗੱਲ ਆ ਜਾਂਦੀ ਵੀ ਇਹ ਮੈਂ ਕੀਤਾ, ਮੇਰੇ ਬਿਨਾਂ ਦੂਜਾ ਕੋਈ ਨਹੀਂ ਕਰ ਸਕਿਆ। ਪਰ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ ਨਾ, ਇੱਥੇ ਆ ਕੇ ਹੰਕਾਰ ਟੁੱਟ ਜਾਂਦਾ ਹੈ। ਮੈਂ 7 ਵਜੇ ਆਇਆ ਗੁਰੂ ਦੇ ਕੋਲ, ਪਰ ਮੇਰੇ ਤੋਂ ਪਹਿਲਾਂ 6:30 ਵਜੇ ਆਉਣ ਵਾਲੇ ਵੀ ਬੈਠੇ ਹੋਏ ਨੇ। ਇਕੱਲਾ ਮੈਂ ਨਹੀਂ ਆਇਆ, ਮੇਰੇ ਤੋਂ ਪਹਿਲਾਂ ਆਉਣ ਵਾਲੇ ਵੀ ਇੱਥੇ ਨੇ। ਤੇ ਜਿਹੜਾ 6:30 ਵਜੇ ਆਇਆ ਉਹਨੂੰ ਪਤਾ ਹੈ ਵੀ ਮੈਂ ਨਹੀਂ ਇਕੱਲਾ ਆਇਆ, ਮੇਰੇ ਤੋਂ ਪਹਿਲਾਂ 6 ਵਜੇ ਵਾਲੇ ਵੀ ਬੈਠੇ ਹੋਏ ਨੇ, 5 ਵਜੇ ਵਾਲੇ ਵੀ ਬੈਠੇ ਹੋਏ ਨੇ। ਇੱਥੇ ਆ ਕੇ ਤੈਨੂੰ ਮਾਣ ਨਹੀਂ ਰਵੇਗਾ ਵੀ ਮੈਂ ਹੀ ਇਕੱਲਾ ਤੜਕੇ ਆਉਂਦਾ ਜਾਂ ਮੈਂ ਹੀ ਰੋਜ਼ ਆਉਂਦਾ। ਤੈਨੂੰ ਉਹ ਵੀ ਰੂਹਾਂ ਇੱਥੇ ਮਿਲਣਗੀਆਂ, ਉਹ ਵੀ ਸਰੀਰ ਮਿਲਣਗੇ ਜਿਹੜੇ ਰੋਜ਼ ਬਰ ਰੋਜ਼ ਆਉਂਦੇ, ਬਿਨ ਨਾਗਾ ਆਉਂਦੇ। ਗੁਰੂ ਦੀ ਸੰਗਤ ਵਿੱਚ ਆ ਕੇ ਆਪਣੇ ਆਪ ਮਾਣ ਟੁੱਟ ਜਾਂਦਾ। ਦੂਜੇ ਦਾ ਜੀਵਨ ਵੇਖ ਕੇ, ਦੂਜੇ ਦੀ ਕਮਾਈ ਵੇਖ ਕੇ ਪਤਾ ਲੱਗ ਜਾਂਦਾ ਨਹੀਂ ਮੈਂ ਇਹਦੇ ਤੋਂ ਥੱਲੇ ਆ, ਇਹ ਮੇਰੇ ਤੋਂ ਵੀ ਅੱਗੇ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਿਲ ਸੰਗਤ ਤਾਜ ਅਭਿਮਾਨ। ਜਿਹੜਾ ਹੰਕਾਰ ਹੈ ਨਾ, ਉਹ ਸੰਗਤ ਤੋਂ ਬਿਨਾਂ ਛੁੱਟਣਾ ਵੀ ਨਹੀਂਗਾ। ਜਦੋਂ ਸੰਗਤ ਵਿੱਚ ਆਏਗਾ ਉਦੋਂ ਪਤਾ ਲੱਗਣਾ ਜਿਹੜੀ ਸੇਵਾ ਮੈਂ ਕਰਦਾ ਮੇਰੇ ਤੋਂ ਪਹਿਲਾਂ ਤੇ ਕਈ ਕਰਦੇ ਪਏ।
ਜਿਹੜੀ ਮੈਂ ਅੱਜ ਸ਼ੁਰੂ ਕੀਤੀ ਆ ਜਾਂ ਮਹੀਨੇ ਤੋਂ ਸ਼ੁਰੂ ਕੀਤੀ ਆ, ਲੋਕ ਤੇ ਸਾਲਾਂ ਤੋਂ ਪਹਿਲਾਂ ਇੱਥੇ ਕਰਦੇ ਪਏ। ਇੱਥੇ ਆ ਕੇ ਅਭਿਮਾਨ ਛੁੱਟ ਜਾਏਗਾ, ਅਹੰਕਾਰ ਛੁੱਟੇਗਾ। ਤੇ ਸੰਗਤ ਕਰਨ ਦਾ ਲਾਭ ਵੀ ਤਾਂ ਹੈ ਜੇ ਅਹੰਕਾਰ ਛੱਡੇ, ਤੇ ਜੇ ਛੱਡਣਾ ਨਹੀਂ ਹੈ ਤੇ ਲਾਭ ਕੋਈ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਾਏ ਹੈ ਪਰਮ ਨਿਧਾਨ, ਫਿਰ ਤੈਨੂੰ ਪਰਮੇਸ਼ਰ ਮਿਲ ਜਾਂਦਾ ਹੈ। ਦੇਵ ਗੰਧਾਰੀ ਪੰਜਵਾ ਜਾਣੀ ਨਾ ਜਾਈ ਤਾਂ ਕੀ ਗਾਤ। ਅਕਾਲ ਪੁਰਖ ਹੈ ਨਾ ਪਰਮਾਤਮਾ, ਗਾਤ ਉਹਦੀ ਮਰਿਆਦਾ, ਉਹਦੀ ਰੀਤੀ, ਉਹਨੇ ਕੀ ਕਰਨਾ ਕੋਈ ਦੁਨੀਆ ਦਾ ਬੰਦਾ ਜਾਣ ਨਹੀਂ ਸਕਦਾ। ਵੱਡੇ ਵੱਡੇ ਟੇਵਾਕਾਰ, ਪੱਤਰੀ ਬਣਾਉਣ ਵਾਲੇ, ਭਵਿੱਖ ਦੱਸਣ ਵਾਲੇ, ਇਹ ਗਰੰਟੀ ਨਹੀਂ ਹੈ, ਇਹ 100% ਸੱਚ ਨਹੀਂ ਹੈ ਵੀ ਜੋ ਉਹਨੇ ਆਖਿਆ ਪੱਤਰੀ ਬਣਾਉਣ ਵਾਲੇ ਨੇ ਉਹੀ ਹੋਵੇਗਾ। ਭਵਿੱਖ ਬਣਾਉਣ ਵਾਲੇ ਨੇ ਆਖਿਆ ਅਗਲੇ ਸਾਲ ਇਹ ਹੋਵੇਗਾ ਤੇ ਉਸੇ ਤਰ੍ਹਾਂ ਹੀ ਹੋਵੇਗਾ। ਦੁਨੀਆ ਦਾ ਭਵਿੱਖ ਬਣਾਉਣ ਵਾਲਾ, ਦੁਨੀਆ ਦੀਆਂ ਮਸ਼ੀਨਾਂ, ਦੁਨੀਆ ਦਾ ਵਿਗਿਆਨ ਤੇ ਇਹ ਨਹੀਂ ਦੱਸ ਸਕਦਾ ਬਾਰਿਸ਼ ਕਦੋਂ ਹੋਣੀ ਹੈ ਤੇ ਹੁੰਦੀ ਹੋਈ ਕਦੋਂ ਰੁਕਣੀ ਹੈ। ਇੱਕ ਅੰਦਾਜ਼ਾ ਲਾਇਆ ਜਾਂਦਾ, ਕਈ ਵਾਰੀ ਹੋ ਜਾਂਦੀ ਹੈ, ਕਈ ਵਾਰੀ ਨਹੀਂ ਹੁੰਦੀ। ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਦੀ ਮਰਿਆਦਾ ਨੂੰ ਉਹਨੇ ਅਗਲੇ ਛਿਨ ਕੀ ਕਰਨਾ ਹੈ ਕੋਈ ਨਹੀਂ ਦੁਨੀਆ ਦਾ, ਨਾ ਕੋਈ ਗ੍ਰੰਥ, ਨਾ ਕੋਈ ਸ਼ਾਸਤਰਕਾਰੀ, ਨਾ ਕੋਈ ਹਸਤ ਰੇਖਾ ਦਾ ਮਾਹਿਰ, ਨਾ ਕੋਈ ਭਵਿੱਖ ਦੱਸਣ ਵਾਲਾ ਦੱਸ ਨਹੀਂ ਸਕਦਾ ਵੀ ਰੱਬ ਨੇ ਅਗਲੇ ਛਿਨ ਕੀ ਕਰ ਦੇਣਾ ਹੈ। ਕਿਉਂਕਿ ਉਹਦੀ ਮਰਿਆਦਾ ਨੂੰ, ਉਹਦੇ ਹੁਕਮ ਨੂੰ ਦੁਨੀਆ ਦੇ ਵਿੱਚ ਉਹਦੇ ਤੋਂ ਬਿਨਾ ਹੋਰ ਕੋਈ ਦੂਜਾ ਜਾਣਦਾ ਨਹੀਂ ਹੈ। ਰਹਾਉ ਕਹਿ ਪਿਖਾਰੋ ਹਉ ਕਰ ਚਤੁਰਾਈ, ਬਿਸਮਨ ਬਿਸਮੈ ਕੈਨ ਕਹਾਤ। ਮੈਂ ਆਪਣੀ ਚਤੁਰਾਈ ਦੇ ਨਾਲ ਕਿਹਨੂੰ ਵਿਖਾਵਾਂ ਰੱਬ, ਕਹਿ ਪਿਖਾਰੋ ਕਿਹਨੂੰ ਵਿਖਾਵਾਂ। ਪਾਤਸ਼ਾਹ ਕਹਿਣ ਲੱਗੇ ਹਉ ਕਰ ਚਤੁਰਾਈ, ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਚਲਾਕ ਹਾਂ, ਮੈਂ ਬੜਾ ਸਮਝਦਾਰ ਹਾਂ, ਪਰ ਮੈਂ ਰੱਬ ਕਿਹਨੂੰ ਕਿਹਨੂੰ ਵਿਖਾ ਦੇਵਾਂ। ਕਿਉਂਕਿ ਬਿਸਮਨ ਬਿਸਮੇ ਕਹਿਣ ਕਹਾਤ, ਜਿਨ੍ਹਾਂ ਨੇ ਉਹਦੇ ਨਾਮ ਨੂੰ ਕਿਹਾ ਉਹ ਵੀ ਅਚਰਜ ਰੂਪ ਹੋ ਕੇ ਬੈਠੇ, ਹੈਰਾਨ ਹੋ ਕੇ ਬੈਠੇ। ਉਹਨੂੰ, ਉਹਦੇ ਨਾਮ ਨੂੰ ਕਹਿਣ ਵਾਲਿਆਂ ਦੇ ਕੋਲ ਵੀ ਸ਼ਬਦ ਕੋਈ ਨਹੀਂ ਵੀ ਅਸੀਂ ਕੀ ਕਹੀਏ। ਤੇ ਜਿਹੜੇ ਦੂਜਿਆਂ ਦੇ ਕੋਲੋਂ ਕਹਾਉਂਦੇ ਪਏ, ਦੂਜਿਆਂ ਨੂੰ ਜਪਾਉਂਦੇ ਪਏ, ਮਹਾਰਾਜ ਕਹਿੰਦੇ ਉਹ ਵੀ ਹੈਰਾਨ ਹੋ ਕੇ ਬੈਠੇ ਨੇ, ਉਹਨਾਂ ਕੋਲ ਵੀ ਸ਼ਬਦ ਨਹੀਂ ਹੈ ਵੀ ਅਸੀਂ ਕੀ ਕਹੀਏ। ਬਿਸਮਨ ਬਿਸਮ ਭੈ ਕਹਿਣ ਕਹਾਤ, ਕਹਿਣ ਵਾਲੇ ਔਰ ਕਹਾਉਣ ਵਾਲੇ ਦੋਨੇ ਹੀ ਹੈਰਾਨ ਹੋ ਕੇ ਬੈਠੇ ਨੇ, ਅਸਤਰਜ ਰੂਪ ਹੋ ਕੇ ਬੈਠੇ ਨੇ, ਉਹਨਾਂ ਕੋਲ ਸ਼ਬਦ ਹੀ ਨਹੀਂ। ਤੇ ਕਹਿ ਪੇਖਾਰੋਂ, ਫਿਰ ਮੈਂ ਕਿਹਨੂੰ ਵਿਖਾਵਾਂ ਕਰ ਚਤੁਰਾਈ ਆਪਣੀ ਸਿਆਣਪ ਦੇ ਨਾਲ, ਕਿਉਂਕਿ ਸਿਆਣਪ ਦੇ ਨਾਲ ਉਹ ਕਿਸੇ ਨੂੰ ਵਿਖਾਇਆ ਨਹੀਂ ਜਾਂਦਾ ਹੈ। ਗਣ ਗੰਧਰਵ ਸਿੱਧ ਅਰ ਸਾਧਕ, ਸੁਰ ਨਰ ਦੇਵ ਬ੍ਰਹਮ ਬਰਮਾਦਕ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗਣ ਜਿਹੜੇ ਸ਼ਿਵ ਜੀ ਦੇ ਨਾਲ ਚੱਲਣ ਵਾਲੇ, ਇੱਕ ਸ਼ਿਵ ਨਾਮ ਦਾ ਦੇਵਤਾ ਹੈ ਜਿਸ ਨੂੰ ਮਹਾਦੇਵ ਆਖਿਆ ਜਾਂਦਾ ਹੈ, ਉਹਦੇ ਨਾਲ ਜਿਹੜੇ ਚੱਲਣ ਵਾਲੇ ਗਣ ਤੇ ਗੰਧਰਵ ਜਿਨ੍ਹਾਂ ਦਾ ਨਾਮ ਹੈ ਹਾਹਾ ਤੇ ਹੂਹੂ। ਵਿਦਵਾਨਾਂ ਨੇ ਸ਼ਾਸਤਰਾਂ ਵਿੱਚ ਲਿਖਿਆ ਹੈ ਵੀ ਇਹ ਦੇਵਤਿਆਂ ਦੀ ਸਭਾ ਦੇ ਵਿੱਚ ਰਾਗ ਪੜ੍ਹ ਕੇ ਸੁਣਾਉਂਦੇ ਨੇ, ਦੇਵਤਿਆਂ ਦੇ ਗਵਈਏ ਨੇ, ਉਹਨਾਂ ਨੂੰ ਕਿਹਾ ਜਾਂਦਾ ਗੰਧਰਵ, ਨਾਮ ਹੈ ਹਾਹਾ ਤੇ ਹੂਹੂ। ਤੇ ਪਾਤਸ਼ਾਹ ਕਹਿਣ ਲੱਗੇ ਅੱਗੇ ਬਚਨ ਆ ਗਿਆ 84 ਸਿੱਧ ਨੇ, ਗੋਰਖਨਾਥ ਵਰਗੇ, ਮਛੰਦਰਨਾਥ ਵਰਗੇ। ਤੇ ਸਿੱਧ ਤੋਂ ਅੱਗੇ ਬਚਨ ਹੈ ਸਾਧਕ, ਸਾਧਨਾ ਕਰਨ ਵਾਲੇ, ਜਿਹੜੇ ਘਰੋਂ ਚੱਲੇ ਨੇ ਵੀ ਰੱਬ ਨੂੰ ਮਿਲਣਾ, ਇਹੋ ਜਿਹੇ ਜਿਹੜੇ ਸਾਧਨਾ ਕਰਨ ਵਾਲੇ ਹਨ। ਸੁਰ ਨਰ ਦੇਵ ਬ੍ਰਹਮ ਬਰਮਾਦਕ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੇਵਤੇ, ਵੱਡੇ ਵੱਡੇ ਰਾਜੇ, ਬ੍ਰਾਹਮਣ ਅਤੇ ਹੋਰ ਜਿਹੜੇ ਬਰਮਾ ਵਰਗੇ, ਸ਼ਿਵਜੀ ਵਰਗੇ, ਵਿਸ਼ਨੂੰ ਵਰਗੇ, ਕ੍ਰਿਸ਼ਨ ਵਰਗੇ, ਰਾਮ ਵਰਗੇ ਜਿੰਨੇ ਵੀ ਹਨ। ਚਤੁਰ ਵੇਦ ਉਚਰਤ ਦਿਨ ਰਾਤ। ਚਾਰ ਵੇਦ ਨੇ, ਜਜੁਰਵੇਦ, ਅਥਰਵਣ ਵੇਦ, ਸ਼ਾਮ ਵੇਦ, ਰਿਗ ਵੇਦ, ਇਹ ਜਿਹੜੇ ਚਾਰ ਵੇਦ ਨੇ ਇਹ ਵੀ ਤੇ ਇਹਨਾਂ ਨੂੰ ਵੇਦਾਂ ਨੂੰ ਪੜ੍ਹਨ ਵਾਲੇ ਜਿਹੜੇ ਲੋਕ ਨੇ ਦਿਨੇ ਰਾਤ ਉਹ ਵੀ ਇਹ ਗੱਲ ਕਹਿੰਦੇ ਹਨ। ਅਗਮ ਅਗਮ ਠਾਕੁਰ ਆਗਾਦ। ਅੱਜ ਕੀ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸ਼ਿਵ ਜੀ ਦੇ ਗਣ ਕਹਿੰਦੇ ਨੇ ਰੱਬ ਬੇਅੰਤ ਹੈ। ਦੇਵਤਿਆਂ ਦੀ ਸਭਾ ਵਿੱਚ ਰਾਗ ਪੜ੍ਹਨ ਵਾਲੇ ਰਾਗੀ ਗਵਈਏ ਕਹਿੰਦੇ ਰੱਬ ਬੇਅੰਤ ਹੈ। 84 ਸਿੱਧ ਕਹਿੰਦੇ ਰੱਬ ਬੇਅੰਤ ਹੈ। ਜਿਹੜੇ ਘਰ ਛੱਡ ਕੇ ਚੱਲੇ ਨੇ ਰੱਬ ਨੂੰ ਪਾਉਣ ਵਾਸਤੇ ਉਹ ਵੀ ਕਹਿੰਦੇ ਰੱਬ ਬੇਅੰਤ ਹੈ, ਪਰਮੇਸ਼ਰ ਬੇਅੰਤ ਹੈ।
ਦੇਵਤੇ ਤੇ ਦੇਵਤਿਆਂ ਦਾ ਰਾਜਾ ਇੰਦਰ ਵੀ ਕਹਿੰਦਾ ਪਰਮੇਸ਼ਰ ਬੇਅੰਤ ਹੈ। ਮਨੁੱਖ ਵੀ ਇਹ ਗੱਲ ਕਹਿੰਦੇ ਵੀ ਰੱਬ ਪਰਮੇਸ਼ਰ ਅਕਾਲ ਪੁਰਖ ਬੇਅੰਤ ਹੈ। ਬਰਮਾ ਵਿਸ਼ਨੂੰ ਸ਼ਿਵ ਜੀ ਰਾਮ ਕ੍ਰਿਸ਼ਨ ਇਤਿਆਦਿਕ ਉਹ ਵੀ ਕਹਿੰਦੇ ਪਰਮਾਤਮਾ ਬੇਅੰਤ ਹੈ। ਬੇਅੰਤ ਹੈ, ਬੇਅੰਤ ਬੇਅੰਤ ਵੇਦ ਕੋ ਕਰੰਤ ਪਾਠ ਪੇਖੀਏ। ਬਚਨ ਹੈ ਪਾਤਸ਼ਾਹ ਜੀਆਂ ਦਾ ਕਿ ਵੱਡੇ ਵੱਡੇ ਵੇਦ ਸ਼ਾਸਤਰ ਔਰ ਵੱਡੇ ਵੱਡੇ ਧਾਰਮਿਕ ਲੋਕ ਵੀ ਉਸ ਨੂੰ ਬੇਅੰਤ ਕਹਿੰਦੇ ਨੇ। ਏਡਾ ਵੱਡਾ ਉਹ ਪਰਮਾਤਮਾ ਹੈ ਜਿਹਦਾ ਅੰਤ ਕੋਈ ਨਹੀਂ ਪਾਇਆ ਜਾਂਦਾ। ਸੋ ਅੱਜ ਦਾ ਜਿਹੜਾ ਦਿਹਾੜਾ ਸਾਨੂੰ ਪ੍ਰਾਪਤ ਹੋ ਰਿਹਾ ਹੈ, ਅੱਜ ਦਾ ਇਹ 13 ਪੋਹ ਦਾ ਇਹ ਉਹ ਦਿਨ ਹੈ ਜਿਸ ਦਿਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ। ਆਪਾਂ ਕੱਲ ਦੀਵਾਨ ਦੇ ਵਿੱਚ ਬਚਨ ਸਰਵਣ ਕੀਤਾ ਸੀ ਵੀ ਪਿੱਪਲ ਦੇ ਨਾਲ ਬੰਨ੍ਹ ਕੇ ਰੋੜ ਮਾਰੇ ਗਏ, ਠੰਡੇ ਬੁਰਜ ਦੇ ਵਿੱਚ ਫਿਰ ਕੈਦ ਕੀਤਾ ਗਿਆ। ਅਗਲੇ ਦਿਨ ਦੀ ਕਚਹਿਰੀ ਜਦੋਂ ਲੱਗੀ ਹੈ, ਵਜ਼ੀਰ ਖਾਨ ਬੈਠਾ ਹੈ, ਇਹਦੇ ਜਿੰਨੇ ਮੰਤਰੀ ਸਨ ਸਾਰੇ ਆ ਕੇ ਬੈਠੇ। ਫਿਰ ਵਿਚਾਰਾਂ ਸ਼ੁਰੂ ਹੋਈਆਂ, ਫਿਰ ਡਰਾਉਣਾ ਸ਼ੁਰੂ ਹੋਇਆ। ਤੇ ਕਈਆਂ ਨੇ ਵਿੱਚੋਂ ਆਖਿਆ, ਸ਼ੇਰ ਖਾਂ ਵਰਗਿਆਂ ਨੇ, ਛੱਡ ਦਈਏ। ਜਿਹੜਾ ਮਲੇਰਕੋਟਲੇ ਦਾ ਨਵਾਬ ਸੀ ਕਹਿਣ ਲੱਗਾ ਵੀ ਬੱਚਿਆਂ ਦਾ ਕਾਹਦਾ ਕਸੂਰ ਹੈ, ਕਿਉਂਕਿ ਵਜ਼ੀਰ ਖਾਨ ਨੇ ਸੋਚਿਆ ਸਿਆਸੀ ਲੋਕ ਕਿਸੇ ਦੇ ਮਿੱਤਰ ਨਹੀਂ ਹੁੰਦੇ, ਭਾਵੇਂ ਉਹ ਆਪਣੀ ਜਾਤ ਦਾ ਹੀ ਬੰਦਾ ਕਿਉਂ ਨਾ ਹੋਵੇ। ਹੁਣ ਵਜ਼ੀਰ ਖਾਨ ਵੀ ਮੁਸਲਮਾਨ ਹੈ ਤੇ ਮਲੇਰਕੋਟਲੇ ਦਾ ਨਵਾਬ ਵੀ ਮੁਸਲਮਾਨ ਹੈ। ਸੋਚਿਆ ਮੈਂ ਕਿਉਂ ਦੁਨੀਆ ਵਿੱਚ ਮਾੜਾ ਬਣਾ। ਮਲੇਰਕੋਟਲੇ ਦੇ ਨਵਾਬ ਨੂੰ ਆਖਿਆ ਵੀ ਤੇਰੇ ਭਰਾ ਨੂੰ ਮਾਰਿਆ ਗੁਰੂ ਗੋਬਿੰਦ ਸਿੰਘ ਨੇ ਜੰਗ ਦੇ ਵਿੱਚ, ਤੇ ਤੂੰ ਨਹੀਂ ਚਾਹੁੰਦਾ ਵੀ ਮਹਾਰਾਜ ਤੋਂ ਬਦਲਾ ਲਿਆ ਜਾਵੇ। ਉਹ ਕਹਿੰਦਾ ਬਿਲਕੁਲ ਮੈਂ ਚਾਹੁੰਦਾ ਵੀ ਬਦਲਾ ਲੈਣਾ। ਤੇ ਨਵਾਬ ਕਹਿਣ ਲੱਗਾ, ਸਰਹੰਦ ਦਾ ਕਹਿਣ ਲੱਗਾ, ਫਿਰ ਉਹਦੇ ਬਾਲਕ ਉਹਦੇ ਬੱਚੇ ਸਾਹਮਣੇ ਖਲੋਤੇ ਨੇ, ਕਰਦੇ ਕਤਲ ਮੈਂ ਤੈਨੂੰ ਦਿੱਤੇ, ਤੈਨੂੰ ਸੌਂਪ ਤੇ ਬਦਲਾ ਲੈ ਲਾ। ਤੇ ਨਵਾਬ ਕਹਿਣ ਲੱਗਾ ਵੀ ਦੁਸ਼ਮਣੀ ਬਾਪ ਦੇ ਨਾਲ ਹੈ, ਬੱਚਿਆਂ ਨਾਲ ਥੋੜ੍ਹੀ ਹੈ, ਤੇ ਬੱਚੇ ਨੇ ਛੋਟੇ ਨੇ, ਇਹਨਾਂ ਨੂੰ ਕੀ ਪਤਾ। ਜਦੋਂ ਮੈਂ ਬਦਲਾ ਲੈਣਾ ਹੋਇਆ ਮੈਂ ਤਲਵਾਰ ਨੰਗੀ ਕੱਢ ਕੇ ਇਹਨਾਂ ਦੇ ਪਿਤਾ ਦੇ ਸਾਹਮਣੇ ਹੋਵਾਂਗਾ, ਜਾਂ ਉਹ ਮੈਨੂੰ ਮਾਰਨਗੇ ਜਾਂ ਮੈਂ ਉਹਨਾਂ ਨੂੰ ਮਾਰਾਂਗਾ, ਪਰ ਮੈਂ ਇਹਨਾਂ ਨੂੰ ਨਹੀਂ ਮਾਰਨਾ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਹਾਂ ਵੀ ਇਹਨਾਂ ਬੱਚਿਆਂ ਦਾ ਕਤਲ ਕਰਨਾ ਇਸਲਾਮ ਦੇ ਵਾਸਤੇ ਬੜਾ ਵੱਡਾ ਪਾਪ ਹੋਵੇਗਾ, ਕਿਉਂਕਿ ਇਸਲਾਮ ਦਾ ਗ੍ਰੰਥ ਇਹ ਗੱਲ ਕਹਿੰਦਾ ਹੈ ਬੱਚੇ ਨੂੰ ਇਸਤਰੀ ਦਾ ਕਤਲ ਕਰਨਾ ਪਾਪ ਹੈ। ਪਰ ਜਦੋਂ ਇਹਦੀ ਗੱਲ ਨਾ ਮੰਨੀ ਗਈ, ਕਚਹਿਰੀ ਵਿੱਚੋਂ ਬਾਹਰ ਨਿਕਲ ਗਿਆ, ਕਹਿਣ ਲੱਗਾ ਫਿਰ ਤੁਹਾਡੀ ਕਚਹਿਰੀ ਵਿੱਚ ਮੈਂ ਬੈਠਦਾ ਹੀ ਨਹੀਂ ਜੇ ਤੁਸੀਂ ਇਹ ਗੱਲ ਮੰਨਦੇ ਨਹੀਂ। ਇਹਦੀ ਗੱਲ ਸੁਣ ਕੇ ਕੁਝ ਵਜ਼ੀਰ ਜਿਹੜੇ ਬੈਠੇ ਸਨ ਉਹ ਵੀ ਸਹਿਮਤੀ ਦੇਣ ਲੱਗ ਪਏ ਵੀ ਠੀਕ ਹੈ, ਸਾਨੂੰ ਛੱਡ ਦੇਣਾ ਚਾਹੀਦਾ। ਉਸ ਵੇਲੇ ਉੱਥੇ ਇੱਕ ਹਿੰਦੂ ਬੈਠਾ ਹੋਇਆ, ਨਾਮ ਹੈ ਸੁੱਚਾ ਆਨੰਦ, ਪਰ ਸਿੱਖ ਜਗਤ ਨੇ ਉਸ ਨੂੰ ਆਖਿਆ ਝੂਠਾ ਆਨੰਦ। ਉਹਨੇ ਵੇਖਿਆ ਵੀ ਗੱਲ ਹੱਥੋਂ ਜਾਂਦੀ ਪਈ ਹੈ, ਇਹ ਤੇ ਛੱਡ ਦੇਣਗੇ। ਬੋਲਿਆ, ਕਹਿਣ ਲੱਗਾ ਨਹੀਂ, ਇਹਨਾਂ ਨੂੰ ਪੁੱਛੋ ਵੀ ਇਹ ਕੀ ਕਰਨਗੇ। ਜਦੋਂ ਪੁੱਛਿਆ ਨਾ ਉਹਨਾਂ ਬੱਚਿਆਂ ਨੂੰ ਵੀ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ, ਉਹਨਾਂ ਨੇ ਬੜੀ ਨਿਰਭੈਤਾ ਨਾਲ, ਬੜੀ ਨਿਡਰਤਾ ਦੇ ਨਾਲ, ਡਰ ਤੋਂ ਪਰੇ ਹੋ ਕੇ ਆਖਿਆ ਅਸੀਂ ਆਪਣੇ ਸਿੱਖ ਵੀਰਾਂ ਨੂੰ ਇਕੱਠੇ ਕਰਾਂਗੇ, ਸਿੱਖ ਭਰਾਵਾਂ ਨੂੰ ਇਕੱਠੇ ਕਰਾਂਗੇ, ਆਪਣੀ ਇੱਕ ਫੌਜ ਬਣਾਵਾਂਗੇ। ਜਿਨ੍ਹਾਂ ਨੇ ਸਾਡਾ ਘਰ ਤੋੜਿਆ, ਜਿਨ੍ਹਾਂ ਨੂੰ ਸਾਨੂੰ ਘਰ ਛੱਡਣ ਵਾਸਤੇ ਮਜਬੂਰ ਕੀਤਾ, ਜਿਨ੍ਹਾਂ ਨੇ ਸਾਡੇ ਸਿੱਖਾਂ ਨੂੰ, ਜਿਹੜੇ ਸਾਡੇ ਵੱਡੇ ਸਨ, ਸਾਡੇ ਪਿਆਰੇ ਸਨ, ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ, ਅਸੀਂ ਉਹਨਾਂ ਦੇ ਨਾਲ ਜੰਗ ਕਰਾਂਗੇ, ਉਹਨਾਂ ਦੇ ਕੋਲੋਂ ਬਦਲਾ ਲਵਾਂਗੇ। ਜਦੋਂ ਇਹ ਗੱਲ ਕਹੀ ਤੇ ਸੁੱਚਾ ਆਨੰਦ ਨੂੰ, ਦੁਸ਼ਟ ਝੂਠਾ ਆਨੰਦ ਨੂੰ ਮੌਕਾ ਮਿਲ ਗਿਆ। ਕਹਿਣ ਲੱਗਾ ਵੇਖੋ ਇਹਨਾਂ ਦੇ ਮਨ ਵਿੱਚ ਕਿੰਨੀ ਨਫ਼ਰਤ ਹੈ। ਸੱਪ ਦੇ ਬੱਚੇ ਕਦੇ ਮਿੱਤਰ ਨਹੀਂ ਹੁੰਦੇ, ਉਹਨਾਂ ਵਿੱਚ ਜ਼ਹਿਰ ਹੁੰਦਾ। ਇਹ ਅੱਜ ਨਹੀਂ ਤੇ ਕੱਲ੍ਹ ਸਾਡੀ ਜਿਹੜੀ ਇਹ ਹਕੂਮਤ ਹੈ ਇਹਦੇ ਵਾਸਤੇ ਬਿਪਤਾ ਖੜੀ ਕਰ ਸਕਦੇ, ਇਸ ਕਰਕੇ ਇਹਨਾਂ ਨੂੰ ਕੁਚਲਣਾ ਹੀ ਠੀਕ ਹੈ। ਜਦੋਂ ਇਹਨੇ ਦਲੀਲ ਦਿੱਤੀ ਹੈ, ਵਜ਼ੀਰ ਖਾਨ ਨੇ ਕਾਜੀ ਨੂੰ ਬੁਲਾਇਆ, ਕੀ ਸਜ਼ਾ ਦਿੱਤੀ ਜਾਵੇ। ਕਾਜੀ ਉਸ ਵੇਲੇ ਦਾ ਜੱਜ ਹੈ, ਕਿਉਂਕਿ ਹਕੂਮਤ ਇਸਲਾਮ ਦੀ ਹੈ ਅਤੇ ਇਸਲਾਮ ਦਾ ਜਿਹੜਾ ਸਭ ਤੋਂ ਧਾਰਮਿਕ ਵਿਅਕਤੀ ਕਾਜੀ ਹੈ। ਤੇ ਕਾਜੀ ਨੂੰ ਇਹ ਫਕਰ ਦਿੱਤਾ ਗਿਆ, ਇਹ ਮਾਣ ਦਿੱਤਾ ਗਿਆ ਵੀ ਤੂੰ ਫੈਸਲੇ ਕਰਨੇ, ਤੂੰ ਦੱਸਣਾ ਵੀ ਕਿਹਨੂੰ ਕਿਹੜੀ ਸਜ਼ਾ ਦੇਣੀ ਹੈ। ਸਮੇਂ ਦਾ ਵਜ਼ੀਰ, ਸਮੇਂ ਦਾ ਹਾਕਮ, ਸੂਬੇਦਾਰ ਵਜ਼ੀਰ ਖਾਨ, ਉਹਦੇ ਕੋਲ ਵੀ ਹੱਕ ਨਹੀਂ ਵੀ ਕਿਸੇ ਨੂੰ ਕੀ ਸਜ਼ਾ ਦੇਣੀ ਹੈ, ਕਾਜੀ ਨੂੰ ਹੱਕ ਹੈ। ਤੇ ਕਾਜੀ ਚਾਹੁੰਦਾ ਵੀ ਮੇਰਾ ਮਾਲਕ ਜਿਹਦੇ ਕੋਲੋਂ ਮੈਨੂੰ ਮਾਇਆ ਆਉਂਦੀ ਹੈ, ਧਨ ਆਉਂਦਾ, ਮੈਂ ਇਹਨੂੰ ਖੁਸ਼ ਰੱਖਾਂ,
ਆਇਆ, ਉਹਨੇ ਆਪਣੀ ਕਿਤਾਬ ਦੇ 2-4 ਪੱਲੇ ਇੱਧਰ ਨੂੰ ਪੱਟੇ ਨੇ, 2-4 ਪੰਨੇ ਇੱਧਰ ਨੂੰ ਪਲਟੇ। ਕਹਿਣ ਲੱਗਾ ਸਜ਼ਾ ਇਹ ਹੈ ਵੀ ਇਹਨਾਂ ਨੂੰ ਕੰਧ ਦੇ ਵਿੱਚ ਚਿਣਿਆ ਜਾਏ। ਜਦੋਂ ਇਹ ਉਹਨੇ ਸਲਾਹ ਦਿੱਤੀ ਹੈ, ਉਸੇ ਵੇਲੇ ਵਜ਼ੀਰ ਖਾਨ ਨੇ ਪ੍ਰਬੰਧ ਕਰਵਾਇਆ। ਮਿਸਤਰੀ ਆ ਗਏ, ਇੱਟਾਂ ਆ ਗਈਆਂ, ਥਾਂ ਚੁਣਿਆ ਗਿਆ। ਕਿੱਥੇ ਕਰਨਾ? ਜਿੱਥੇ ਅੱਜ ਆਪਾਂ ਦਰਸ਼ਨ ਕਰਦੇ ਹਾਂ ਨਾ ਫਤਿਹਗੜ੍ਹ ਸਾਹਿਬ ਦੇ, ਇਹ ਥਾਂ ਚੁਣਿਆ ਗਿਆ। ਬਾਰ-ਬਾਰ ਜਗ੍ਹਾ ਹੈ। ਸੂਬੇ ਦਾ ਜਿਹੜੀ ਹਵੇਲੀ ਹੈ, ਕਿਲ੍ਹਾ ਜਿੱਥੇ ਬੈਠਦਾ, ਉਹ ਪਰੇ ਹੈ। ਇਹ ਥਾਂ ਵੱਖਰਾ ਸਾਫ਼ ਜਾਂ ਖਾਲੀ ਜਗ੍ਹਾ ਵੇਖ ਕੇ ਇਸ ਥਾਂ ਨੂੰ ਚੁਣਿਆ। ਤੇ ਕਹਿਣ ਲੱਗੇ ਕੰਧ ਸ਼ੁਰੂ ਹੋ ਗਈ ਹੈ। ਦੋਨਾਂ ਜਾਣਿਆਂ ਨੂੰ ਖਿਲਾਰ ਕੇ ਇੱਟਾਂ ਲਾਉਣੀਆਂ ਸ਼ੁਰੂ ਕੀਤੀਆਂ। ਇੱਟਾਂ ਲਾਉਂਦਿਆਂ ਕਹਿਣ ਲੱਗੇ ਵੀ ਕੰਧ ਜਦੋਂ ਗੋਡਿਆਂ ਤੱਕ ਪਹੁੰਚੀ ਨਾ, ਤੇ ਗੋਡਾ ਆਪਣਾ ਥੋੜ੍ਹਾ ਜਿਹਾ ਅੱਗੇ ਨੂੰ ਵਧਿਆ ਹੁੰਦਾ। ਤੇ ਮਿਸਤਰੀ ਨੇ ਵੇਖਿਆ ਉਸ ਵੇਲੇ ਵੀ ਗੋਡਾ ਜਿਹੜਾ ਲੱਤ ਨੂੰ ਵਿੰਗੀ ਕਰਦਾ, ਜਾਂ ਇੱਟ ਤੋੜਨੀ ਪਵੇਗੀ। ਜਦੋਂ ਇੱਟ ਤੋੜਨ ਵਾਸਤੇ ਉਸਨੇ ਆਪਣਾ ਜੋ ਵੀ ਉਹਦੇ ਕੋਲ ਸ਼ਸਤਰ ਸੀ, ਜੋ ਵੀ ਹਥਿਆਰ ਸੀ, ਇੱਟ ਨੂੰ ਤੋੜਨ ਲੱਗਾ। ਕਾਜੀ ਨੇ ਪੁੱਛਿਆ, ਕਹਿਣ ਲੱਗਾ ਇੱਟ ਕਿਉਂ ਤੋੜਦਾ ਪਿਆ? ਕਹਿਣ ਲੱਗਾ ਤਾਂ ਤੋੜਦਾ ਪਿਆ, ਗੋਡਾ ਵਿੱਚ ਪੂਰਾ ਨਹੀਂ ਆਉਂਦਾ ਪਿਆ, ਇੱਟ ਨੂੰ ਕੱਢ ਕੇ ਉਹ ਥਾਂ 'ਤੇ ਲਾਵਾਂਗਾ। ਕਾਜੀ ਬੋਲਿਆ ਨਹੀਂ, ਇੱਟ ਸਾਬਤੀ ਲੱਗੇਗੀ, ਗੋਡਾ ਤੋੜ, ਕੰਧ ਸਿੱਧੀ ਰੱਖਣੀ ਹੈ। ਤੇ ਸਾਹਿਬਜ਼ਾਦਿਆਂ ਨੇ ਵੀ ਆਵਾਜ਼ ਦਿੱਤੀ। ਕਹਿਣ ਲੱਗੇ ਇਹ ਸਿੱਖੀ ਦਾ ਮਹਿਲ ਬਣਦਾ ਪਿਆ, ਇਸ ਮਹਿਲ ਦੇ ਵਿੱਚ ਟੁੱਟੀ ਇੱਟ ਲੱਗਣੀ ਸਾਨੂੰ ਮਨਜ਼ੂਰ ਨਹੀਂ ਹੈ। ਸਤਿ ਸ੍ਰੀ ਅਕਾਲ। ਸਾਬਤ ਇੱਟ ਦੀ ਇਹ ਮਹਿਲ ਬਣੇਗਾ। ਕਹਿਣ ਲੱਗੇ ਇੱਟਾਂ ਚਿਣਦੇ ਪਏ, ਤੇ ਚਿਣਦਿਆਂ ਮੋਢਿਆਂ ਤੋਂ ਉੱਪਰ ਸਿਰ ਤੱਕ ਜਦੋਂ ਇੱਟ ਆ ਗਈ, ਕੰਧ ਆ ਗਈ। ਤੇ ਕਹਿਣ ਲੱਗੇ ਉਸ ਵੇਲੇ ਬਾਬਾ ਜੋਰਾਵਰ ਸਿੰਘ ਜੀ ਥੋੜ੍ਹੇ ਜਿਹੇ ਉਦਾਸ ਦਿਸੇ। ਬਾਬਾ ਫਤਿਹ ਸਿੰਘ ਨੇ ਪੁੱਛਿਆ ਕੀ ਗੱਲ ਹੈ? ਕਹਿਣ ਲੱਗੇ ਗੱਲ ਇਹ ਹੈ, ਤੂੰ ਦੁਨੀਆ 'ਤੇ ਆਇਆ ਮੇਰੇ ਨਾਲੋਂ ਬਾਅਦ ਵਿੱਚ ਹੈ, ਮੈਂ ਵੱਡਾ ਤੇਰੇ ਤੋਂ ਪਹਿਲਾਂ ਆਇਆ, ਪਰ ਤੂੰ ਦਾਦਾ ਸਤਿਗੁਰੂ ਦੇ ਕੋਲ ਮੇਰੇ ਨਾਲੋਂ ਪਹਿਲਾਂ ਚੱਲਿਆ, ਮੈਂ ਤੇਰੇ ਤੋਂ ਪਿੱਛੇ ਰਹਿ ਚੱਲਿਆ, ਕਿਉਂਕਿ ਮੇਰਾ ਕੱਦ ਉੱਚਾ। ਇਹ ਤੂੰ ਮੇਰੇ ਤੋਂ ਵੱਡੀ ਵਡਿਆਈ ਲੈ ਗਿਆ, ਤੂੰ ਪਹਿਲਾਂ ਚਲੇ ਗਿਆ। ਬੱਚੇ ਖੇਡਦੇ ਨਾ ਵਿਹੜੇ ਦੇ ਵਿੱਚ, 2 ਬੱਚੇ ਹੋਣ, 4 ਬੱਚੇ ਹੋਣ, ਤੇ ਮਾਂ-ਬਾਪ ਆਵਾਜ਼ ਮਾਰੇ ਵੀ ਆਓ ਮੇਰੇ ਕੋਲ ਕਿਹੜਾ ਪਹਿਲਾਂ ਆਉਂਦਾ, ਤੇ ਬੱਚੇ ਪੂਰਾ ਜ਼ੋਰ ਲਾਉਂਦੇ ਵੀ ਪਹਿਲਾਂ ਮੈਂ ਜਾ ਕੇ ਗੱਲ ਲੱਗਣਾ, ਪਹਿਲਾਂ ਮੈਂ ਜਾ ਕੇ ਪਹੁੰਚਣਾ ਮਾਂ ਦੇ ਕੋਲ, ਬਾਪ ਦੇ ਕੋਲ, ਦਾਦੀ ਕੋਲ ਜਾਂ ਦਾਦੇ ਕੋਲ। ਤੇ ਉਹ ਜ਼ੋਰ ਲਾ ਕੇ ਭੱਜਦੇ ਨੇ ਵੀ ਮੈਂ ਪਹਿਲਾਂ ਜਾ ਕੇ ਗੱਲ ਲੱਗਾ। ਇੱਥੇ ਇਹਨਾਂ ਨੇ ਵੀ ਇਹੋ ਗੱਲ ਹੀ ਕੀਤੀ ਹੈ। ਬਾਬਾ ਜੋਰਾਵਰ ਸਿੰਘ ਕਹਿਣ ਲੱਗੇ ਦਾਦਾ ਸਤਿਗੁਰੂ ਦੀ ਬੁੱਕਲ ਵਿੱਚ ਤੂੰ ਪਹਿਲਾਂ ਚੱਲਿਆ, ਮੈਂ ਪਿੱਛੇ ਰਹਿ ਗਿਆ ਤੇਰੇ ਕੋਲੋਂ। ਇਸ ਗੱਲ ਦੇ ਮੈਨੂੰ ਇਹ ਮਨ ਵਿੱਚ ਲੱਗਦਾ ਪਿਆ ਵੀ ਮੈਂ ਇਹ ਖੁਸ਼ੀ ਨਹੀਂ ਲੈ ਸਕਿਆ ਜਿਹੜੀ ਤੈਨੂੰ ਮਿਲਦੀ ਪਈ ਹੈ। ਕਹਿਣ ਲੱਗੇ ਕੰਧ ਜਦੋਂ ਸਿਰ ਤੱਕ ਹੋਈ ਹੈ, ਸਾਹ ਘੁੱਟਿਆ ਗਿਆ, ਘੁੱਟਣ ਦੇ ਨਾਲ ਸਰੀਰ ਬੇਹੋਸ਼ੀ ਵਿੱਚ ਚਲੇ ਗਏ। ਕੰਧ ਡਿੱਗੀ ਹੈ, ਸਰੀਰ ਵੀ ਡਿੱਗ ਪਿਆ, ਪਰ ਹਾਲੇ ਉਹ ਸਮਾਏ ਨਹੀਂ, ਹਾਲੇ ਸਰੀਰ ਛੱਡਿਆ ਨਹੀਂ, ਸਾਹ ਰੁਕੇ ਨੇ, ਬੇਹੋਸ਼ੀ ਹਾਲਤ ਵਿੱਚ ਨੇ। ਉਸ ਵੇਲੇ ਫਿਰ ਤਲਵਾਰ ਦੇ ਨਾਲ ਦੋਨਾਂ ਦੇ ਸੀਸ ਜਿਹੜੇ ਸਨ ਧੜ ਤੋਂ ਜੁਦਾ ਕੀਤੇ ਗਏ, ਵੱਖਰੇ ਕੀਤੇ ਗਏ। ਇਸ ਤਰ੍ਹਾਂ ਉਹਨਾਂ ਮਹਾਂਪੁਰਖਾਂ ਦੀ ਜਿਨ੍ਹਾਂ ਦੀ ਉਮਰ ਛੋਟੀ ਹੈ, ਸਾਕਾ ਵੱਡਾ, ਕੁਰਬਾਨੀ ਵੱਡੀ ਹੈ, ਸ਼ਹੀਦ ਕੀਤਾ ਗਿਆ। ਇਹ ਖਬਰ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਨੂੰ ਪਹੁੰਚੀ। ਠੰਡੇ ਬੁਰਜ ਦੇ ਵਿੱਚ ਉਹ ਬੈਠੇ ਸਨ, ਪਤਾ ਉਹਨਾਂ ਨੂੰ ਵੀ ਹੈ ਵੀ ਭਾਣਾ ਵਾਪਰਨਾ। ਵਿਦਵਾਨਾਂ ਨੇ ਬੜਾ ਵੱਡਾ ਇਤਿਹਾਸ ਲਿਖਿਆ ਵੀ ਮਾਤਾ ਸਾਹਿਬ ਨੇ ਕਿਵੇਂ ਬੱਚਿਆਂ ਨੂੰ ਤਿਆਰ ਕੀਤਾ, ਜਾਣ ਲੱਗਿਆਂ ਕਿਹੜੀਆਂ ਸਿੱਖਿਆਵਾਂ ਦਿੱਤੀਆਂ। ਆਪਾਂ ਕਈ ਵਾਰ ਇਸ ਇਤਿਹਾਸ ਨੂੰ ਸਰਵਣ ਕਰਦੇ ਹਾਂ ਵਿਦਵਾਨਾਂ ਦੇ ਕੋਲੋਂ। ਜਦੋਂ ਮਾਤਾ ਜੀਆਂ ਨੂੰ ਪਤਾ ਲੱਗਾ ਵੀ ਪੋਤਰੇ ਕੁਰਬਾਨੀ ਕਰ ਗਏ ਨੇ, ਸ਼ਹੀਦੀ ਪਾ ਗਏ ਨੇ ਚੜ੍ਹਦੀ ਕਲਾ ਦੇ ਵਿੱਚ, ਉਸ ਵੇਲੇ ਮਾਤਾ ਸਾਹਿਬ ਜੀਆਂ ਨੇ ਆਪਣੇ 10ਵੇਂ ਦੁਆਰ ਦੇ ਵਿੱਚ ਸੁਆਸ ਚੜ੍ਹਾਏ ਅਤੇ 10ਵੇਂ ਦੁਆਰ ਨੂੰ ਫੋੜਿਆ, ਤੇ ਮਾਤਾ ਸਾਹਿਬ ਜੀ ਵੀ ਉਸ ਵੇਲੇ ਸ਼ਹੀਦੀ ਪਾ ਗਏ, ਸੱਚਖੰਡ ਨੂੰ ਚਲੇ ਗਏ। ਕੱਲਾ ਸਰੀਰ ਹੀ ਹੈ ਜਿਹੜਾ ਬੁਰਜ ਦੇ ਵਿੱਚ ਪਿਆ ਪ੍ਰਾਪਤ ਹੋਇਆ। ਹੁਣ ਸਮੇਂ ਦੀ ਹਕੂਮਤ ਵੇਖਣਾ ਚਾਹੁੰਦੀ ਹੈ, ਨਰਾਦਰ ਕਰਨਾ ਚਾਹੁੰਦੀ ਹੈ, ਤੇ ਉਸ ਵੇਲੇ ਕੀ ਕੀਤਾ ਗਿਆ
कि इन्हां नूं संस्कार वास्ते जगह नहीं दिती जाएगी। इन्हां दे शरीर जंगल विच सुट दिओ, उत्थे रुलदे रहणगे, जानवर खा जाणगे। शरीर चुके जंगल विच रख दिते गए। मनशा ये सी भी जानवर खा जाणगे, बेअदबी होवेगी, नरादरी होवेगी। समय की सरकार विखाउणा चाहुंदी है भी आह वेखो जिहड़ा साडे नाल अड़दा उहदे नाल असीं की हालत उहदी करदे आ। पर कहण लगे जदों शरीर गए ना जंगल दे विच रख दिते गए ते एक शेर आया जंगल दे विचों। मांस नूं जां शरीर नूं खाण वास्ते नहीं, सारी रात राखी करन वास्ते। क्योंकि शेर तो बाकी जानवर डरदे ने, जिथे शेर आके खड़ जाएगा बाकी जानवर तो आउणगे नहीं। सारी रात उन्हां दे कोल बैठ के वो शेर पहरा दिंदा है। कोई देवरू आई है, कोई भली आत्मा आई है सेवा करन वास्ते। जदों दिन चढ़िया शहर विच हाहाकार मच गया भी साडे गुरु ने एडी वड्डी कुर्बानी कीती है और असीं उन्हां दे परिवार दा संस्कार भी नहीं कर सके। सानू सिख जगत की आखेगा, आउण वालियां नस्लां, आउण वालियां पीढ़ियां, आउण वाली कौम सानू की आखेगी। उस वेले सूबे सरहंद दे नाल फिर राबता कायम किया, गलबात की, जे संस्कार करना होवे ते सानू की करना पवेगा। ते सरकारां ते हर वेले पैसे दियां लालची हुंदियां, भावें उदों दियां ने भावें अज दियां ने। अज भी नवें तो नवां कानून बना के जेब दे विचों पैसा कढ़ाया जांदा ते उदों भी इहो काम ही हुंदा। फर्क कोई नहीं है, सिर्फ चेहरे बदलते ने, नीति उही रहिंदी है, सोच भी उही रहिंदी है। ते सूबा दे सूबे दे वजीर लालची ने, लालची वजीरां ने आख्या भी माया ऐठण दा बड़ा चंगा समा, आपां नूं माया लैनी चाहीदी है। संस्कार तो हो सकता दूजे तीजे पिंड जाके दूर भी किते कर लैणगे, पर माया आपां किवें लवांगे। माया इस तरह लईए, उन्होंने फरमान किया भी जिन्नियां मोहरां सोने की मोहर, चांदी के रुपये जिहड़े आपां लई फिरदे आ, ये नहीं, सोने की मोहर रख के धरती ते जिन्नी थां तुसीं लै लवो उन्नी थां विच ही संस्कार किया जा सकदा। ते टोडर मल जी इत्थे रहिंदे ने, बड़े धनाड़ ने, बड़े सेठ ने। उन्हें आख्या गुरु की संगत जिन्नी मेरे कोल माया मैं भी लाउंदा, जिन्नी तुहाडे कोल है तुसीं भी इकट्ठी करके लियाओ। जिन्नियां संगतां सन भाई टोडर मल दे समेत सारियां ने मोहरां इकट्ठियां कीतियां ते जदों विछाउण लगे ना धरती ते, पर जिन्हां महापुरखां दा संस्कार होना उन्हां नूं माड़ी मोटी धरती जां सस्ती धरती जिहड़ी है ना उन्हां नूं वारा नहीं खांदी है। वड्डे आदमी नूं, धनाड़ आदमी नूं धरती भी वो शोभदी है जिहड़ी महंगी होवे, बहुते मुੱਲ दी होवे। तुहानूं साहिबजादियां वर्गी कुर्बानी नहीं ना किसी दी होई। दुनिया का इतिहास पढ़ के वेख लो, दुनिया के पैगंबर किसी ने इहो जी कुर्बानी नहीं की। पैगंबर के परिवार की कुर्बानी तो दूर की गल है। बहु गिनती जिहड़ियां कौमां ने देश विच संसार विच, उन्हां दे पैगंबरां ने भी आप इहो जी कुर्बानी नहीं की। सुनिया कदे कोई